ਕਾਂਗਰਸ ਸੀਗੀ ਉਸ ਟਾਈਮ ਇੰਦਰਾ ਗਾਂਧੀ ਦੀ, ਤੇ ਉਹਨਾਂ ਦਾ ਹੀ ਡਿਸੀਜਨ ਸੀਗਾ ਤੇ ਉਹਨਾਂ ਦੇ ਡਿਸੀਜਨ ਨਾਲ ਹੀ ਇਹ ਸਾਰਾ ਕੁਝ ਹੋਇਆ ਵਾ। ਜਦ ਕਿ ਅੱਜ ਦੀ ਡੇਟ 'ਚ ਇਹ ਚੀਜ਼ਾਂ ਸਾਬਤ ਹੋ ਗਈਆਂ ਨੇ, ਸਾਰਾ ਕੁਝ ਸਾਹਮਣੇ ਆ ਚੁੱਕਾ ਕਿ ਸੰਤਾਂ ਦੇ ਖਿਲਾਫ ਇੱਕ ਵੀ FIR ਕੋਈ ਕਿਸੇ ਥਾਣੇ ਦੇ ਵਿੱਚ ਦਰਜ ਨਹੀਂ ਸੀ। ਪਰ ਜਿਹੜੇ ਮੇਨ ਮਾਸਟਰਮਾਈਂਡ ਸੀਗੇ ਜਾਂ ਜਿਹਨਾਂ ਨੇ ਸਾਰੀ ਜਿਨ੍ਹਾਂ ਦੀ ਦੇਖ ਰੇਖ 'ਚ ਕੁਝ ਹੋਇਆ ਸੀਗਾ, ਉਹ ਅੱਜ ਤੱਕ ਖੁੱਲ੍ਹੇ ਘੁੰਮ ਰਹੇ ਨੇ। ਗੁਰਬਾਣੀ ਅਖੰਡ ਬਾਣੀ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਰਜੀਤ ਕੌਰ ਖਾਲਸਾ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਹਾਜ਼ਰ ਆ ਪ੍ਰੋਗਰਾਮ ਪੱਖ ਦੇ ਮੁੱਦੇ ਦੇ ਵਿੱਚ। 1 ਜੂਨ ਤੋਂ ਲੈ ਕੇ 6 ਜੂਨ ਉਹ ਕੌਣ ਭੁੱਲ ਸਕਦਾ ਜਿੱਥੇ ਸਾਡੇ ਅਕਾਲ ਤਖਤ ਸਾਹਿਬ ਤੇ ਵੱਡਾ ਘੱਲੂਕਾਰਾ ਹੋਇਆ ਸੀ, ਅਨੇਕਾਂ ਸਿੰਘ ਸ਼ਹੀਦ ਹੋਏ ਸੀ, ਅਕਾਲ ਤਖਤ ਸਾਹਿਬ ਤੇ ਬਲੂ ਸਟਾਰ ਹੋਇਆ ਸੀ ਅਤੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹਾਦਤ ਹੋਈ ਸੀ। ਜਿੱਥੇ ਅਸੀਂ ਅਨੇਕਾਂ ਸਿੰਘਾਂ ਦੀ ਗੱਲ ਕਰਦੇ ਹਾਂ ਜਿਹੜੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਸ਼ਹੀਦ ਹੋਏ ਸੀ, ਇਸੇ ਹੀ ਵਿਸ਼ੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਕੌਣ ਸ਼ਹੀਦ ਹੋਏ ਸੀ। ਉਹਨਾਂ ਵਿੱਚੋਂ ਇੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਖੱਬੀ ਬਾਂਹ ਕਿਹਾ ਜਾਂਦਾ ਸੀ ਭਾਈ ਸੁਬੇਗ ਸਿੰਘ ਫੌਜੀ ਜੀ। ਉਹਨਾਂ ਦੇ ਬੇਟੇ ਅੱਜ ਸਾਡੇ ਨਾਲ ਮੌਜੂਦ ਆ। ਅਸੀਂ ਸਵਾਗਤ ਕਰਦੇ ਹਾਂ ਉਹਨਾਂ ਦਾ ਗੁਰਬਾਣੀ ਅਖੰਡ ਬਾਣੀ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਅੱਜ ਭਾਈ ਸੁਬੇਗ ਸਿੰਘ ਫੌਜੀ ਜਿਨ੍ਹਾਂ ਦੇ ਬੇਟੇ ਪਰਮਜੀਤ ਸਿੰਘ ਜੀ ਅੱਜ ਸਾਡੇ ਨਾਲ ਮੌਜੂਦ ਹੈ। ਅਸੀਂ ਉਹਨਾਂ ਤੋਂ ਜਾਣਾਂਗੇ ਕਿ ਅੱਜ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹਾਦਤ ਕਦੋਂ ਹੋਈ, ਕਿਵੇਂ ਹੋਈ, ਅਤੇ ਨਾਲ ਭਾਈ ਸੁਬੇਗ ਸਿੰਘ ਫੌਜੀ ਜੀ ਦੀ ਅਸੀਂ ਗੱਲ ਕਰਦੇ ਹਾਂ ਜਿਹੜੇ ਕਿ ਉਹਨਾਂ ਦੇ ਬਾਡੀਗਾਰਡ ਸੀਗੇ। ਕਿਵੇਂ ਉਹਨਾਂ ਦੀ ਸ਼ਹਾਦਤ ਹੋਈ, ਕੀ ਉੱਥੇ ਉਹ ਭਾਣਾ ਵਾਪਰਿਆ ਸੀ, ਇਸ ਬਾਰੇ ਅਸੀਂ ਉਹਨਾਂ ਨਾਲ ਵਿਚਾਰ ਕਰਾਂਗੇ। ਵਿਚਾਰ ਕਰਨ ਤੋਂ ਪਹਿਲਾਂ ਅਸੀਂ ਭਾਈ ਸੁਬੇਗ ਸਿੰਘ ਫੌਜੀ ਜੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਕਿ ਉਹ ਕਿੱਥੋਂ ਦੇ ਰਹਿਣ ਵਾਲੇ ਸੀ ਔਰ ਕਿੰਨਾ ਸਮਾਂ ਉਹਨਾਂ ਨੇ ਆਰਮੀ ਦੇ ਵਿੱਚ ਜੌਬ ਕੀਤੀ ਸੀ। ਪਿਤਾ ਜੀ, ਸਾਡਾ ਪਿੰਡ ਜਿਹੜਾ ਹੈਗਾ ਵਾ ਪਿੰਡ ਬੁਰਜ ਪੂਲਾ ਵਾ, ਜੋ ਹਰੀਕਿਆਂ ਦੇ ਬਿਲਕੁਲ ਨੇੜੇ ਆ। ਅਤੇ ਪਿਤਾ ਜੀ ਦਾ ਜਨਮ ਜਿਹੜਾ ਸੀਗਾ ਉਹ ਕੋਈ 1935 ਦੇ ਲਗਭਗ ਹੋਇਆ ਸੀ। ਅਤੇ ਇਹਨਾਂ ਨੂੰ ਸ਼ੁਰੂ ਤੋਂ ਥੋੜ੍ਹਾ ਜਿਹਾ ਭਲਵਾਨੀ ਦਾ ਸ਼ੌਂਕ ਸੀਗਾ ਅਤੇ ਪਿੰਡ 'ਚ ਰਹਿੰਦੇ ਸੀਗੇ ਆਪਣਾ, ਅਤੇ ਖਾਣਾ ਪੀਣਾ ਖੁੱਲ੍ਹਾ ਸੀ, ਵਧੀਆ ਸੀਗਾ। ਅਤੇ ਉਸ ਤੋਂ ਫਿਰ ਥੋੜ੍ਹੇ ਚਿਰ ਬਾਅਦ ਇਸ ਤਰ੍ਹਾਂ ਹੀ ਇੱਥੇ ਤਰਨਤਾਰਨ ਉਦੋਂ ਕੋਈ ਭਰਤੀ ਦਾ ਸਿਸਟਮ ਜਿਹਾ ਚੱਲਿਆ ਸੀਗਾ ਅਤੇ ਇਹਨਾਂ ਦੇ ਨਾਲ ਇੱਕ ਹੋਰ ਇਹਨਾਂ ਦਾ ਦੋਸਤ ਸੀਗਾ ਅਤੇ ਉਹਨਾਂ ਨੇ ਇਹਨਾਂ ਨੂੰ ਆਖਿਆ ਵੀ ਆਪਣਾ ਉੱਥੇ ਭਰਤੀ ਹੈ ਫੌਜ ਦੀ ਅਤੇ ਆਪਾਂ ਉਹਦੇ 'ਚ ਚੱਲਦੇ ਹਾਂ ਜਾ ਕੇ। ਇਹਨਾਂ ਨੇ ਆਖਿਆ ਕਿ ਮੈਂ ਕੀ ਕਰਨਾ, ਕਹਿੰਦੇ ਨਹੀਂ ਤੁਸੀਂ ਮੇਰੇ ਨਾਲ ਤਾਂ ਚੱਲੋ। ਅਤੇ ਇਹ ਮੁੜ ਕੇ ਦੋਵੇਂ ਜਣੇ ਉੱਥੇ ਚਲੇ ਗਏ ਅਤੇ ਹੋਇਆ ਕਿ ਇਹ ਸਿਲੈਕਟ ਹੋ ਗਏ ਅਤੇ ਉਹ ਰਹਿ ਗਿਆ। ਅਤੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਜਿਹੜਾ ਉਦੋਂ ਉਮਰ ਕੋਈ 18-20 ਸਾਲ ਦੇ ਆਸ-ਪਾਸ ਹੋਣੀ ਹੈ ਮੇਰੇ ਖਿਆਲ। ਅਤੇ ਉਦੋਂ ਫਿਰ ਇਹਨਾਂ ਦੀ ਫੌਜ ਦੇ ਵਿੱਚ ਡਿਊਟੀ ਸ਼ੁਰੂ ਹੋ ਗਈ। ਉਹਦੇ ਫੌਜ 'ਚ ਰਹਿ ਕੇ ਇਹਨਾਂ ਨੇ ਥੋੜ੍ਹੀ ਪੜ੍ਹਾਈ ਵੀ ਕੀਤੀ। ਪਹਿਲਾਂ ਥੋੜ੍ਹਾ ਜਿਹਾ ਘੱਟ ਪੜ੍ਹੇ ਸੀਗੇ ਅਤੇ ਨਾਲ ਇਹਨਾਂ ਦੀ ਨੌਕਰੀ ਚੱਲਦੀ ਗਈ। ਅਤੇ ਉੱਥੇ ਹੀ ਫੌਜ ਦੇ ਵਿੱਚ ਹੀ ਇਹਨਾਂ ਦਾ ਮੇਲ, ਇਹਨਾਂ ਦੇ ਉੱਥੇ ਨਾਲ ਇੱਕ ਸਰਵਿਸ ਕਰ ਰਹੇ ਸੀਗੇ ਮੇਰ ਵੀ ਸਰਦਾਰ, ਮੈਨੂੰ ਉਹਨਾਂ ਦਾ ਨਾਂ ਥੋੜ੍ਹਾ ਜਿਹਾ ਵਿਸਰ ਗਿਆ, ਸ਼ਾਇਦ ਬਲਦੇਵ ਸਿੰਘ ਜਾਂ ਕੁਛ ਇਸ ਤਰ੍ਹਾਂ ਦਾ ਨਾਂ ਸੀ ਉਹਨਾਂ ਦਾ। ਅਤੇ ਉਹ ਮਤਲਬ ਕਿ ਇਸ ਤਰ੍ਹਾਂ ਗੁਰਬਾਣੀ ਨਾਲ ਕਾਫੀ ਜੁੜੇ ਹੋਏ ਸੀਗੇ ਅਤੇ ਇਹਨਾਂ ਨੇ ਵੀ ਉਹਨਾਂ ਦੇ ਨਾਲ ਰਹਿਣਾ। ਤਾਂ ਇਸ ਤਰ੍ਹਾਂ ਕਰਕੇ ਫਿਰ ਥੋੜ੍ਹਾ ਜਿਹਾ ਕੁਛ ਇਹਨਾਂ ਦਾ ਪਿਛੋਕੜ ਵੀ ਜਿਹੜਾ ਸੀਗਾ ਆਪਣੇ ਘਰਦਿਆਂ ਦਾ, ਉਹ ਆਪਣਾ ਬਾਬਾ ਦਇਆ ਸਿੰਘ ਹੋਣਾ ਦੇ ਪਿਤਾ ਜੀ ਸੀਗੇ ਬਾਬਾ ਸੋਹਣ ਸਿੰਘ ਜੀ। ਉਹ ਪਿੰਡ ਕਾਫੀ ਆਉਣ ਜਾਣ ਸੀਗਾ ਉਹਨਾਂ ਦਾ ਪਿੰਡ ਦੇ ਵਿੱਚ, ਉਹਨਾਂ ਨੇ ਸਮਾਗਮ ਵਗੈਰਾ ਕਰਦੇ ਰਹਿੰਦੇ ਸੀਗੇ। ਉਹ ਇਸ ਤਰ੍ਹਾਂ ਕਰਕੇ ਫਿਰ ਇਹਨਾਂ ਨੇ ਮਤਲਬ ਕਿ ਉੱਥੇ ਫੌਜ ਦੇ ਵਿੱਚ ਰਹਿੰਦਿਆਂ ਹੀ ਨਾਲ ਅੰਮ੍ਰਿਤ ਛਕ ਲਿਆ ਸੀਗਾ। ਅਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਆਪਣਾ ਉੱਥੇ ਕਾਫੀ ਟਾਈਮ 21 ਸਾਲ ਕੋਈ ਸਰਵਿਸ ਕੀਤੀ ਇਹਨਾਂ ਨੇ। ਅਤੇ ਉਹਦੇ ਵਿੱਚ ਹੀ ਜਿਹੜੇ ਇਹਨਾਂ ਦੇ ਦੋਸਤ ਸੀਗੇ, ਉਹਨਾਂ ਦਾ ਸੰਤ ਗੁਰਬਚਨ ਸਿੰਘ ਸੀ, ਸੰਤ ਕਰਤਾਰ ਸਿੰਘ ਉਹਨਾਂ ਤੋਂ ਵੱਡੇ, ਜਿਹੜਾ ਸੰਤ ਜਰਨੈਲ ਸਿੰਘ ਤੋਂ ਪਹਿਲਾਂ ਸੰਤ ਕਰਤਾਰ ਸਿੰਘ ਸੀ, ਉਹਨਾਂ ਤੋਂ ਵੱਡੇ ਸੀਗੇ ਸੰਤ ਗੁਰਬਚਨ ਸਿੰਘ ਜੀ। ਅਤੇ ਉਹਨਾਂ ਦਾ ਜਿਹੜਾ ਸੀਗਾ ਵੀ ਸਾਡੇ ਪਿੰਡਾਂ ਦੇ ਲਾਗੇ ਉਹਨਾਂ ਦਾ ਹਰ ਸਾਲ ਦੇ ਸਾਲ ਨਾ ਪ੍ਰੋਗਰਾਮ ਹੁੰਦਾ ਸੀਗਾ, ਕਥਾ ਵਿਚਾਰ ਤਾਂ ਇਸ ਤਰ੍ਹਾਂ ਮਤਲਬ ਕਿ ਉਹਨਾਂ ਨੇ ਗੁਰਬਾਣੀ ਨਾਲ ਸੰਗਤ ਨੂੰ ਜੋੜਨਾ, ਅਤੇ ਉਹ ਹਰ ਸਾਲ ਦੇ ਸਾਲ ਆਉਂਦੇ ਹੁੰਦੇ ਸੀ ਇੱਥੇ। ਅਤੇ ਉਹ ਜਿਹੜਾ ਡੈਡੀ ਦਾ ਦੋਸਤ ਸੀਗਾ ਅਤੇ ਉਹ ਕਾਫੀ ਸੰਤ ਗੁਰਬਚਨ ਸਿੰਘ ਹੋਣਾ ਨਾਲ ਜੁੜੇ ਸੀਗੇ। ਅਤੇ ਉਹਨਾਂ ਨੇ 1-2 ਵਾਰ ਇਹਨਾਂ ਨੂੰ ਮਤਲਬ ਕਿ ਡੈਡੀ ਹੋਣਾ ਨੂੰ ਕਿਹਾ ਵੀ ਆਪਾਂ ਇਸ ਤਰ੍ਹਾਂ ਕਰੀਏ ਵੀ ਉੱਥੇ ਇੱਦਾਂ ਸੰਤ ਗੁਰਬਚਨ ਸਿੰਘ ਹੋਣੀ ਹੈਗੇ ਨੇ ਜਿਹੜੇ ਗੁਰਬਾਣੀ ਨਾਲ ਸੰਗਤਾਂ ਨਾਲ ਜੋੜਦੇ ਨੇ, ਦਮਦਮੀ ਟਕਸਾਲ 'ਚੋਂ ਨੇ, ਉਹਨਾਂ ਦੇ ਮੁਖੀ ਨੇ ਦਮਦਮੀ ਟਕਸਾਲ ਦੇ, ਅਤੇ ਆਪਾਂ ਉਹਨਾਂ ਦੇ ਸਮਾਗਮ 'ਤੇ ਚਲੋ ਤੁਸੀਂ ਸਾਡੇ ਨਾਲ।
ਤੇ ਇਹਨਾਂ ਨੇ ਇੱਕ ਦੋ ਵਾਰ ਟਾਲ ਜਿਹਾ ਦਿੱਤਾ, ਕਹਿੰਦੇ ਨਹੀਂ ਕੋਈ ਨਹੀਂ, ਫਿਰ ਆਪਾਂ ਚੱਲਾਂਗੇ, ਕੋਈ ਗੱਲ ਨਹੀਂ, ਰਹਿਣ ਦਿਓ। ਤੋ ਇੱਕ ਵਾਰ ਅਸੀਂ ਛੁੱਟੀ ਕੁਦਰਤੀ ਆਏ ਹੋਏ ਸੀਗੇ, ਉਦੋਂ ਸੰਤ ਗੁਰਬੰਸ ਸਿੰਘ ਉਹਨਾਂ ਦਾ ਪ੍ਰੋਗਰਾਮ ਸੀ ਜਿਹੜਾ ਇੱਥੇ ਸਰਿਆਲੀ ਸਾਡੇ ਲਾਗੇ ਆ, ਉੱਥੇ ਤਕਰੀਬਨ ਹਰ ਸਾਲ ਦਾ ਪ੍ਰੋਗਰਾਮ ਹੁੰਦਾ ਸੀ ਉਹਨਾਂ ਦਾ। ਤੇ ਉਹ ਸੰਤ ਵੀ ਆਏ ਸੀਗੇ, ਤੇ ਇਹਨਾਂ ਦਾ ਦੋਸਤ ਸੀ ਜਿਹੜਾ, ਉਹ ਫਿਰ ਉਹ ਤਲਵੰਡੀ ਉੱਧਰ ਹੈਗਾ ਆਪਣਾ ਮੋਗੇ ਦੇ ਲਾਗੇ ਤਲਵੰਡੀ, ਨਾਂ ਉਹਨਾਂ ਦਾ ਪਿੰਡ ਦਾ ਥੋੜ੍ਹਾ ਜਿਹਾ ਮੇਰੇ ਦਿਮਾਗ 'ਚ ਨਹੀਂ ਹੈ, ਤੇ ਉੱਥੋਂ ਤਲਵੰਡੀ ਦੇ ਸੀਗੇ, ਸ਼ਾਇਦ ਤਲਵੰਡੀ ਦੁਸਾਂਝ ਜਾਂ ਕੁਛ ਇਸ ਤਰ੍ਹਾਂ ਕਰਕੇ ਸੀਗਾ। ਤੇ ਉਹ ਫਿਰ ਆਏ ਸੀਗੇ, ਤੇ ਉਹ ਫਿਰ ਉਸ ਦਿਨ ਡੈਡੀ ਉਹਨਾਂ ਨੂੰ ਪਿੰਡੋਂ ਨਾਲ ਲੈ ਗਏ ਆਪਣੇ। ਤੇ ਇਹਨਾਂ ਨੇ ਕਿਹਾ ਸੀ, ਕਹਿੰਦੇ ਵੀ ਚਲੋ ਮੈਂ ਇੱਕ ਵਾਰ ਤੁਹਾਡੇ ਨਾਲ ਚੱਲ ਪੈਂਦਾ ਵਾਂ, ਤੇ ਜੇ ਉਹਨਾਂ ਦੇ ਵਿਚਾਰ ਜਾਂ ਕੁਛ ਜੋ ਵੀ ਮੇਰੇ ਨਾਲ, ਜੇ ਮੇਰੇ ਵਿਚਾਰਾਂ ਨਾਲ ਮੇਲ ਨਾ ਖਾਂਦਾ ਹੋਇਆ, ਤਾਂ ਮੈਨੂੰ ਦੁਬਾਰਾ ਨਾ ਕਹੋ ਤੁਸੀਂ। ਤੇ ਉਹ ਕਹਿੰਦੇ ਹਾਂ ਕੋਈ ਗੱਲ ਨਹੀਂ, ਤੁਸੀਂ ਇੱਕ ਵਾਰ ਚੱਲੋ ਸੀ। ਉਹਨਾਂ ਨੂੰ ਪੂਰਾ ਯਕੀਨ ਸੀਗਾ ਵੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਤੇ ਉਹ ਫਿਰ ਇਹ ਉਹਨਾਂ ਦੇ ਨਾਲ ਚਲੇ ਗਏ, ਤੇ ਉਹ ਸੰਤ ਕਥਾ ਕਰ ਰਹੇ ਸੀਗੇ, ਤੇ ਜਾ ਕੇ ਪੰਡਾਲ ਦੇ ਵਿੱਚ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਇਹ ਪੰਡਾਲ 'ਚ ਬੈਠ ਕੇ, ਤੇ ਬਾਏ ਚਾਂਸ ਜਿੰਨੀ ਵੀ ਸੰਤਾਂ ਨੇ ਉਸ ਦਿਨ ਕਥਾ ਕੀਤੀ ਸੀ, ਉਹ ਸਾਰੀ ਹੀ ਜਿਹੜੇ ਇਹਨਾਂ ਦੇ ਮਨ ਦੇ ਵਿੱਚ ਵਿਚਾਰ ਚੱਲਦੇ ਸੀਗੇ ਜਾਂ ਜੋ ਵੀ ਇਹਨਾਂ ਦੀ ਸੋਚ ਸੀਗੀ, ਉਹ ਸਾਰਾ ਉਸ ਟੌਪਿਕ ਦੇ ਉੱਪਰ ਹੀ ਸੰਤਾਂ ਨੇ ਕਥਾ ਕੀਤੀ। ਤੇ ਉਹ ਚੀਜ਼ ਦਾ ਇਹਨਾਂ ਦੇ ਉੱਤੇ ਬੜਾ ਪ੍ਰਭਾਵ ਜਿਹਾ ਪਿਆ। ਤੇ ਉਸ ਦਿਨ ਤੋਂ ਬਾਅਦ ਫਿਰ ਇਹ ਮਤਲਬ ਕਿ ਹੌਲੀ ਹੌਲੀ ਸੰਤਾਂ ਦੇ ਨਾਲ ਫਿਰ ਪੱਕਾ ਜੁੜ ਗਏ। ਤੇ ਉਸ ਤੋਂ ਬਾਅਦ ਆਪਣਾ ਇਹਨਾਂ ਦੀ ਫਿਰ ਇਹਨਾਂ ਨੇ 2 ਜੰਗਾਂ ਵੀ ਲੜੀਆਂ ਸੀਗੀਆਂ ਇੰਡੀਆ ਵੱਲੋਂ। ਇੱਕ 65 ਦੀ ਲੜਾਈ ਹੋਈ ਸੀਗੀ, ਇੱਕ 62 ਦੀ ਹੋਈ ਸੀਗੀ। ਤੇ ਜਦੋਂ 71 ਦੀ ਲੜਾਈ ਹੋਈ, ਉਦੋਂ ਵੀ ਇਹ ਇੱਥੇ ਆਪਣਾ ਫੌਜ ਦੇ ਵਿੱਚ ਹੀ ਸੀਗੇ, ਤੇ ਉਹਦੇ ਵਿੱਚ ਇਹਨਾਂ ਨੂੰ ਮੈਡਲ ਵੀ ਮਿਲੇ ਸੀ ਕੁਛ ਇਸ ਤਰ੍ਹਾਂ। ਤੇ ਆਪਣਾ ਮੁੜ ਕੇ ਇਹਨਾਂ ਦੇ ਆਪਣਾ ਰਿਟਾਇਰਮੈਂਟ ਤੋਂ ਬਾਅਦ ਇਹ ਫਿਰ ਇੱਥੇ ਆਪਣਾ ਅਸੀਂ ਇਹਨਾਂ ਦੀ ਬੈਂਕ 'ਚ ਜੋਬ ਲੱਗ ਗਈ ਸੀ। ਅਸੀਂ ਫਿਰ ਪਿੰਡ ਤੋਂ ਸ਼ਹਿਰ ਆ ਗਏ, ਇੱਥੇ ਰਹਿਣਾ ਸ਼ੁਰੂ ਕਰਤਾ। ਤੇ ਇਹਨੂੰ ਆਪਣਾ ਸੰਤ ਕਰ ਦੋ, ਫਿਰ ਸੰਤ ਜਰਨੈਲ ਸਿੰਘ ਜਿਹੜੇ ਸੰਤ ਗੁਰਬੰਸ ਸਿੰਘ ਜੀ ਉਹ ਸਰੀਰ ਛੱਡ ਗਏ ਸੀਗੇ। ਉਸ ਤੋਂ ਬਾਅਦ ਫਿਰ ਸੰਤ ਕਰਤਾਰ ਸਿੰਘ ਜੀ ਜਿਹੜੇ ਸੀਗੇ ਉਹ ਮੁਖੀ ਬਣੇ। ਤੇ ਇਹਨਾਂ ਮਤਲਬ ਕਿ ਕਾਫੀ ਇਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਸੀਗਾ ਫਾਦਰ ਸਾਹਿਬ ਦਾ। ਤੇ ਸੰਤ ਕਰਤਾਰ ਸਿੰਘ ਹੁਣੀ ਸਾਡੇ ਘਰੇ ਵੀ ਆਉਂਦੇ ਰਹੇ ਆ। ਫਿਰ ਫਾਦਰ ਸਾਹਿਬ ਨੇ ਉਹਨਾਂ ਨੂੰ ਪਿੰਡ ਵੀ ਲੈ ਕੇ ਜਾਣਾ, ਉੱਥੇ ਗੁਰਮਤਿ ਪ੍ਰਚਾਰ ਵਾਸਤੇ ਲੈ ਕੇ ਜਾਂਦੇ ਹੁੰਦੇ ਸੀਗੇ। ਤੇ ਕਾਫੀ ਲੋਕਾਂ ਨੂੰ ਮਤਲਬ ਕਿ ਜਿਹੜੇ ਸਾਡੇ ਉੱਥੇ ਪਿੰਡ ਦੇ ਵਸਨੀਕ ਸੀਗੇ ਜਾਂ ਸਾਡੇ ਰਿਸ਼ਤੇਦਾਰ ਸੀਗੇ, ਉਹਨਾਂ ਨੂੰ ਪ੍ਰੇਰ ਕੇ ਇਹਨਾਂ ਨੇ ਮਤਲਬ ਕਿ ਅੰਮ੍ਰਿਤ ਛਕਾਉਣਾ, ਤੇ ਉਹਦੇ ਨਾਲ ਸਾਰਾ ਮਤਲਬ ਕਿ ਉਹ ਇਹਨਾਂ ਨੂੰ ਗੁਰਬਾਣੀ ਨਾਲ ਜੋੜਿਆ। ਤੇ ਉਸ ਤੋਂ ਬਾਅਦ ਜਦੋਂ ਫਿਰ ਅਸੀਂ ਇੱਥੇ ਆ ਗਏ ਸੀ, ਇਹਨਾਂ ਦੀ ਡਿਊਟੀ ਇੱਥੇ ਬੈਂਕ ਦੇ ਵਿੱਚ ਲੱਗ ਗਈ ਸੀਗੀ। ਤੇ ਇਸ ਤਰ੍ਹਾਂ ਹੌਲੀ ਹੌਲੀ ਜਦੋਂ ਐਮਰਜੈਂਸੀ ਸੀਗੀ, ਐਮਰਜੈਂਸੀ ਦੇ ਵਿੱਚ ਵੀ ਆਪਣਾ ਸੰਤ ਕਰਤਾਰ ਸਿੰਘ ਉਹਨਾਂ ਨੇ ਨਗਰ ਕੀਰਤਨ ਕੱਢੇ ਸੀਗੇ ਉਦੋਂ। ਤੇ ਇਹਨਾਂ ਨੂੰ ਫਾਦਰ ਸਾਹਿਬ ਨੂੰ ਜਿਹੜਾ ਇੱਕ ਇੱਧਰੋਂ ਭਿੱਖੀਵਿੰਡ ਵਾਲੇ ਪਾਸਿਓਂ ਨਗਰ ਕੀਰਤਨ ਆਉਣਾ ਸੀਗਾ, ਤੇ ਉਹਦੀ ਅਗਵਾਈ ਦੇ ਵਿੱਚ ਵੀ ਇਹਨਾਂ ਨੇ ਆਪਣਾ ਪੰਜਾਂ ਪਿਆਰਿਆਂ ਦੇ ਵਿੱਚ ਨਾਲ ਲਾਇਆ ਸੀਗਾ। ਤੇ ਇਹਨਾਂ ਦਾ ਮਤਲਬ ਕਾਫੀ ਸੰਤਾਂ ਨਾਲ ਉੱਥੇ ਆਉਣ ਜਾਣ ਸੀਗਾ, ਸੰਤਾਂ ਨਾਲ ਕਾਫੀ ਪਿਆਰ ਸੀਗਾ ਇਹਨਾਂ ਦਾ। ਤੇ ਉਸ ਤੋਂ ਬਾਅਦ ਫਿਰ ਐਕਸੀਡੈਂਟਲ ਦੇ ਵਿੱਚ ਸੰਤ ਕਰਤਾਰ ਸਿੰਘ ਹੁਣ ਦੀ ਜਿਹੜੀ ਡੈਥ ਹੋ ਗਈ ਸੀਗੀ। ਉਸ ਤੋਂ ਬਾਅਦ ਫਿਰ ਸੰਤ ਜਰਨੈਲ ਸਿੰਘ ਜੀ ਮੁਖੀ ਬਣੇ ਨੇ ਜਦੋਂ ਟਕਸਾਲ ਦੇ। ਤੇ ਇਹ ਸਾਰੇ ਸਿੰਘ ਪਹਿਲਾਂ ਟਕਸਾਲ ਦੇ ਵਿੱਚ ਹੀ ਹੁੰਦੇ ਸੀਗੇ, ਇਹ ਕਾਫੀ ਪੁਰਾਣੇ ਫਿਰ ਜਾਣਦੇ ਸੀਗੇ, ਤੇ ਸਾਰੇ ਸਿੰਘ ਮਤਲਬ ਕਿ ਵਾਕਫ ਸੀਗੇ ਚੰਗੀ ਤਰ੍ਹਾਂ। ਤੇ ਸੰਤ ਜਰਨੈਲ ਸਿੰਘ ਹੁਣੀ ਫਿਰ ਮੁਖੀ ਬਣ ਗਏ। ਤੇ ਆਪਣਾ ਉਸ ਤੋਂ ਬਾਅਦ ਫਿਰ ਜਿਹੜੀ ਆ ਜੋ ਵੀ ਮੂਵਮੈਂਟ ਜਿਹੜੀ ਚੱਲਦੀ ਰਹੀ ਹੈ, ਇਹ ਫਿਰ ਨਾਲ ਹੀ ਸੀਗੇ ਉਹਨਾਂ ਦੇ। ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੰਗਤ ਕੀਤੀ ਭਾਈ ਸੁਬੇਗ ਸਿੰਘ ਫੌਜੀ ਜੀ ਨੇ, ਤਾਂ ਉਹਨਾਂ ਦੀ ਸ਼ਹਾਦਤ ਕਦੋਂ ਹੋਈ? ਸੰਤਾਂ ਦੀ ਜਾਂ ਭਾਈ ਸੁਬੇਗ ਸਿੰਘ ਫੌਜੀ ਜੀ ਦੀ ਸ਼ਹਾਦਤ ਕਦੋਂ ਹੋਈ? ਇਹਨਾਂ ਦੀ 6 ਜੂਨ ਲਾਸਟ ਸੀਗਾ, ਜਿਸ ਦਿਨ 1 ਜੂਨ ਤੋਂ ਮਤਲਬ ਕਿ ਜਦੋਂ ਦਾ ਮੋਰਚਾ ਲੱਗ ਗਿਆ ਸੀਗਾ, ਸੰਤ ਜਰਨੈਲ ਸਿੰਘ ਉਹਨਾਂ ਇੱਥੇ ਮੋਰਚਾ ਲਾਇਆ ਸੀ ਜਦੋਂ, ਤੇ ਉਦੋਂ ਤੋਂ ਫਿਰ ਇਹਨਾਂ ਨੇ ਘਰੇ ਆਉਣਾ ਮਤਲਬ ਕਿ ਬੰਦ ਕਰਤਾ ਸੀਗਾ। ਰਾਤ ਨੂੰ ਵੀ ਡਿਊਟੀ ਕਰਕੇ ਇਹਨਾਂ ਉੱਥੇ ਰਹਿ ਜਾਣਾ, ਕਿਉਂਕਿ ਇਹਨਾਂ ਨੂੰ ਬਹੁਤ ਇੱਕ ਸੀਗਾ ਕਿ ਮੈਂ ਮਤਲਬ ਕਿ ਨਾਲ ਰਹਿਣਾ, ਤੇ ਕਿਸੇ ਵੇਲੇ ਕੋਈ ਗੱਲਬਾਤ ਹੋਵੇ ਤਾਂ ਮੈਂ ਮਤਲਬ ਸ਼ਹਾਦਤ ਦੇਣੀ ਆਪਣੀ। ਇਹਨਾਂ ਨੇ ਬਹੁਤ ਮਨ ਦੇ ਵਿੱਚ ਆਪਣਾ ਉਹ ਕੀਤਾ ਹੋਇਆ ਸੀਗਾ। ਤੇ ਇਹਨਾਂ ਸੰਯਮਨ ਕੇ ਜਿਹੜੇ ਸੰਤ ਜਰਨੈਲ ਸਿੰਘ ਉਹਨਾਂ ਦਾ ਜਿਹੜਾ ਪ੍ਰਸ਼ਾਦਾ ਸੀਗਾ ਸਵੇਰ ਦਾ ਤੇ ਸ਼ਾਮ ਦਾ, ਉਹ ਵੀ ਇੱਥੋਂ ਆਪਣੇ ਘਰੋਂ ਹੀ ਜਾਂਦਾ ਰਿਹਾ ਵਾ।
ਤੇ ਮਤਲਬ ਕਿ ਉਦੋਂ 1 ਜੂਨ ਤੋਂ ਫਿਰ ਜਦੋਂ ਅਟੈਕ ਹੋਇਆ ਸੀਗਾ ਪਹਿਲੇ ਦਿਨ ਗੋਲੀ ਚੱਲੀ ਆ, ਇਹ ਫਿਰ ਪਹਿਲੇ ਦਿਨ ਹੀ ਅੰਦਰ ਸੀਗੇ, ਚਲੇ ਗਏ ਉੱਥੇ ਸੰਤਾਂ ਦੇ ਕੋਲ ਹੀ। ਤੇ 1 ਤਰੀਕ ਨੂੰ ਹਲਕੀ ਗੋਲੀ ਚੱਲੀ, ਉਸ ਤੋਂ ਬਾਅਦ ਫਿਰ ਕਰਫਿਊ ਲੱਗ ਗਿਆ ਸੀ ਥੋੜ੍ਹਾ ਜਿਹਾ। ਉਸ ਤੋਂ ਬਾਅਦ ਦੁਬਾਰਾ ਜਦੋਂ ਕਰਫਿਊ ਦੇ ਵਿੱਚ ਢਿੱਲ ਮਿਲੀ ਸੀਗੀ ਤੇ ਫਿਰ ਮਾਤਾ ਜੀ ਗਏ ਸੀਗੇ ਉਹਨਾਂ ਨੂੰ ਮਿਲਣ ਵਾਸਤੇ ਵੀ ਚਲੋ। ਉਦੋਂ ਇਹਨਾਂ ਦੇ ਸਾਡੇ ਡੈਡੀ ਉਹਨਾਂ ਦੇ ਪਿਤਾ ਜੀ ਦੇ ਭੂਆ ਜੀ ਆਏ ਹੋਏ ਸੀਗੇ, ਤੇ ਉਦੋਂ ਵੀ ਇਹ ਸ਼ਾਮੀ ਘਰੇ ਆਏ ਸੀਗੇ। ਤੇ ਉਹਨਾਂ ਨੇ ਭੂਆ ਜੀ ਨੇ ਦੇਖਿਆ ਵੀ ਮਾਹੌਲ ਕਾਫੀ ਇਸ ਤਰ੍ਹਾਂ ਦਾ ਹੈਗਾ, ਤੇ ਉਹਨਾਂ ਨੇ ਬੜਾ ਜ਼ੋਰ ਜਿਹਾ ਲਾਇਆ ਇਹਨਾਂ ਨੂੰ ਵੀ ਤੁਸੀਂ ਰਹੋ ਮੇਰੇ ਕੋਲ, ਮੈਂ ਤੁਹਾਨੂੰ ਮਿਲਣ ਆਈ ਹਾਂ, ਤੁਸੀਂ ਰਾਤ ਮੇਰੇ ਕੋਲ ਰਹੋ। ਇਹ ਕਹਿੰਦੇ ਵੀ ਨਹੀਂ, ਰਹਿਣ ਵਾਲਾ ਕੰਮ ਹੈ ਨਹੀਂ ਆ, ਮੈਂ ਮਤਲਬ ਕਿ ਦਰਬਾਰ ਸਾਹਿਬ ਹੀ ਜਾਣਾ, ਕਿਉਂਕਿ ਇਹਨਾਂ ਦੀ ਸੰਤਾਂ ਦੇ ਕਮਰੇ ਦੇ ਬਾਹਰ ਡਿਊਟੀ ਹੁੰਦੀ ਸੀ ਰਾਤ ਨੂੰ ਐਜ਼ ਏ ਬੋਡੀ ਗਾਰਡ ਲੈ। ਤੇ ਉਹ ਫਿਰ ਇਹ ਚਲੇ ਗਏ ਆਪਣਾ, ਜਦੋਂ ਅੰਦਰ ਚਲੇ ਗਏ ਸੀ 1 ਤਰੀਕ ਨੂੰ, ਫਿਰ ਜਿਹੜੇ ਪਹਿਲੇ ਦਿਨ ਗੋਲੀ ਚੱਲੀ ਆ। ਤੇ ਉਸ ਤੋਂ ਬਾਅਦ ਜਦੋਂ ਮਾਤਾ ਜੀ ਉਹਨਾਂ ਨੂੰ ਮਿਲਣ ਗਏ ਸੀਗੇ, ਤੇ ਨਿਸ਼ਾਨ ਸਾਹਿਬਾਂ ਦੇ ਕੋਲ ਉੱਥੇ ਆਪਣਾ ਜਿਹੜਾ ਆਪਣਾ ਪਿਤਾ ਜੀ 2 ਮਿੰਟ ਵਾਸਤੇ ਉਹਨਾਂ ਨੂੰ ਮਿਲੇ, ਸੰਤਾਂ ਦੇ ਨਾਲ ਉਤਰੇ ਸੀ ਅਕਾਲ ਤਖ਼ਤ ਸਾਹਿਬ ਤੋਂ, ਅੰਦਰ ਮੱਥਾ ਟੇਕਣ ਗਏ ਸੀਗੇ। ਵਾਪਸੀ ਤੇ ਫਿਰ ਜਦੋਂ ਆਏ ਤੇ ਇਹਨਾਂ ਨੇ ਕਿਸੇ ਸਿੰਘ ਨੂੰ ਸੁਣਾ ਦਿੱਤਾ ਵੀ ਇਸ ਤਰ੍ਹਾਂ ਉਹਨਾਂ ਨੂੰ ਸੁਣਾ ਦਿਓ ਵੀ ਤਾਂ ਉਹਨਾਂ ਦੇ ਘਰੋਂ ਆਏ ਨੇ ਤੇ ਉਹਨਾਂ ਨੂੰ ਮਿਲਣਾ ਚਾਹੁੰਦੇ ਆ। ਉਹ ਫਿਰ 2 ਮਿੰਟ ਵਾਸਤੇ ਇਹਨਾਂ ਨੂੰ ਮਿਲੇ। ਉਸ ਦਿਨ ਵੀ ਪਹਿਲੇ ਦਿਨ ਥੋੜ੍ਹਾ ਜਿਹਾ ਜ਼ਖਮੀ ਹੋ ਗਏ ਸੀ, ਬਾਂਹ ਦੇ ਉੱਤੇ ਇਹਨਾਂ ਦੇ ਗੋਲੀ ਲੱਗ ਗਈ ਸੀਗੀ। ਤੇ ਉਹਨਾਂ ਨੇ ਫਿਰ ਉਸ ਟਾਈਮ ਕਹਿੰਦੇ ਵੀ ਇੱਥੇ ਤਾਂ ਪਤਾ ਨਹੀਂ ਅਜੇ ਕੀ ਬਣਨਾ ਜਾਂ ਕੀ ਗੱਲ ਪਤਾ, ਤੇ ਤੁਸੀਂ ਆਪਣਾ ਵੀ ਘਰੇ ਪਹੁੰਚ ਜਾਓ। ਤੇ ਉਸ ਟਾਈਮ ਉਹਨਾਂ ਨੇ ਕਿਹਾ ਵੀ ਮੈਂ ਘਰੇ, ਬੱਚੇ ਯਾਦ ਕਰਦੇ ਨੇ, ਕਹਿੰਦੇ ਕੋਈ ਗੱਲ ਨਹੀਂ, ਜੇ ਕਰਫਿਊ ਖੁੱਲ੍ਹ ਗਿਆ ਜਾਂ ਕੁਛ ਮਾਹੌਲ ਠੀਕ ਹੋ ਗਿਆ ਤਾਂ ਮੈਂ ਘਰੇ ਆ ਜਾਊਂਗਾ, ਨਹੀਂ ਤਾਂ ਮੈਂ ਸੰਤਾਂ ਦੇ ਨਾਲ ਹੀ ਰਹਿਣਾ। ਤੇ ਉਸ ਟਾਈਮ ਉਹਨਾਂ ਦੇ ਜੇਬ ਦੇ ਵਿੱਚ 300 ਰੁਪਈਆ ਸੀਗਾ, ਉਹ ਕੱਢ ਕੇ ਉਹਨਾਂ ਨੇ ਫੜਾਤਾ, ਕਹਿੰਦੇ ਮੇਰੇ ਕੋਲ ਤਾਂ ਆਹ ਕੁਛ ਹੈਗਾ, ਤੁਸੀਂ ਲੈ ਜਾਓ ਤੇ ਆਪਣਾ ਵੀ ਆਪਣਾ ਘਰੇ ਨਿਕਲ ਜਾਓ, ਹੁਣ ਤੁਸੀਂ ਇੱਥੇ ਪਤਾ ਨਹੀਂ ਕੀ ਹੋ ਜਾਣਾ। ਤੇ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਉਸ ਤੋਂ ਮੇਲ ਹੋਇਆ। ਉਸ ਤੋਂ ਬਾਅਦ ਇਹ ਫਿਰ ਸੰਤਾਂ ਦੇ ਨਾਲ ਅਕਾਲ ਤਖ਼ਤ ਸਾਹਿਬ ਚਲੇ ਗਏ। ਤੇ ਉਸ ਤੋਂ ਬਾਅਦ ਫਿਰ ਮਤਲਬ ਕਿ ਕੋਈ ਇਹੋ ਜਿਹਾ ਮਾਹੌਲ ਬਣਿਆ ਹੀ ਨਹੀਂ ਕਿ ਕਰਫਿਊ ਖੁੱਲ੍ਹਣਾ ਹੋਵੇ ਜਾਂ ਕੁਛ ਹੋਣਾ ਹੋਵੇ, ਕਿਉਂਕਿ ਉਸ ਤੋਂ ਬਾਅਦ ਤੇ ਮਾਹੌਲ ਵੱਧ ਤੋਂ ਬੱਤਰ ਹੁੰਦਾ ਗਿਆ ਫਿਰ। ਜਿੱਥੇ ਆਪਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਕਰਦੇ ਕਿ ਬਹੁਤ ਸ਼ਾਂਤ ਸੁਭਾਅ ਦੇ ਹੁੰਦੇ ਸੀ, ਉਹ ਇੱਕ ਬਾਣੀ ਪੜ੍ਹਨ ਵਾਲੇ, ਜਿੱਥੇ ਕਿਹਾ ਗਿਆ ਕਿ ਉਹ ਸ਼ਸਤਰ ਉਹਨਾਂ ਨੇ ਰੱਖੇ ਹੋਏ ਸੀ, ਇੱਕ ਗੋਲਾ ਬਾਰੀ ਰੱਖਿਆ ਹੋਇਆ ਸੀ, ਹਥਿਆਰ ਰੱਖੇ ਹੋਏ ਸੀ, ਜਿਸ ਕਰਕੇ ਉੱਥੇ ਅਟੈਕ ਕੀਤਾ ਗਿਆ। ਤੁਹਾਡਾ ਕੀ ਮੰਨਣਾ ਕਿ ਇਹ ਜਿਹੜਾ ਅਟੈਕ ਹੋਇਆ ਅਕਾਲ ਤਖ਼ਤ ਸਾਹਿਬ ਤੇ, ਇਹਦਾ ਤਾਂ ਸਭ ਤੋਂ ਵੱਡਾ ਜ਼ਿੰਮੇਵਾਰ ਕੌਣ ਹੈ? ਦੇਖੋ, ਜ਼ਿੰਮੇਵਾਰੀ ਤੇ ਸਮੇਂ ਦੀਆਂ ਸਰਕਾਰਾਂ ਦੀ ਹੁੰਦੀ ਆ, ਜਿਹੜੀ ਵੀ ਗੱਲ ਹੁੰਦੀ ਆ। ਬਾਕੀ ਜਿਹੜਾ ਕਹੀਏ ਵੀ ਆਪਣਾ ਐਡਾ ਵੱਡਾ ਅਟੈਕ ਇਹਨਾਂ ਨੇ ਕੀਤਾ, ਸਭ ਤੋਂ ਪਹਿਲਾਂ ਤੇ ਉਹਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਆ ਵੀ ਜਿਹੜਾ ਜਿਸ ਵਾਸਤੇ ਤੁਸੀਂ ਅਟੈਕ ਕਰ ਰਹੇ ਹੋ ਜਾਂ ਜਿਸ ਬੰਦੇ ਨੂੰ ਤੁਸੀਂ ਫੜਨਾ ਚਾਹੁੰਦੇ ਹੋ, ਨੈਚੁਰਲੀ ਗੱਲ ਆ, ਜੇ ਐਡਾ ਵੱਡਾ ਆਪਾਂ ਅਟੈਕ ਕੀਤਾ ਤੇ ਉਹਦੇ ਬੰਦੇ ਜਿਹੜੇ ਹੋਣਗੇ ਜਿਨ੍ਹਾਂ ਨੂੰ ਫੜਨ ਵਾਸਤੇ ਆਪਾਂ ਇਹ ਕਰ ਰਹੇ ਹਾਂ, ਉਹ ਬਹੁਤ ਮੋਸਟ ਵਾਂਟਡ ਹੋਣਗੇ। ਉਹਨਾਂ ਦੇ ਖਿਲਾਫ ਕਾਫੀ FIRs ਹੋਣੀ ਚਾਹੀਦੀਆਂ ਨੇ ਜਾਂ ਬਹੁਤ ਕੁਝ ਹੋਣਾ ਚਾਹੀਦਾ। ਤੇ ਮਤਲਬ ਕਿ ਇਸ ਵਾਸਤੇ ਗੌਰਮੈਂਟ ਨੂੰ ਐਡਾ ਵੱਡਾ ਜਿਹੜਾ ਉਹ ਗੌਰਮੈਂਟ ਆਪਣੇ ਵੱਲੋਂ ਕਹਿੰਦੀ ਆ ਵੀ ਸਾਨੂੰ ਐਡਾ ਵੱਡਾ ਅਟੈਕ ਉਹਨਾਂ ਨੂੰ ਫੜਨ ਵਾਸਤੇ ਕਰਨਾ ਪਿਆ। ਜਦ ਕਿ ਅੱਜ ਦੀ ਡੇਟ 'ਚ ਇਹ ਚੀਜ਼ਾਂ ਸਾਬਤ ਹੋ ਗਈਆਂ ਨੇ, ਸਾਰਾ ਕੁਝ ਸਾਹਮਣੇ ਆ ਚੁੱਕਾ ਕਿ ਸੰਤਾਂ ਦੇ ਖਿਲਾਫ ਇੱਕ ਵੀ FIR ਕੋਈ ਕਿਸੇ ਥਾਣੇ ਦੇ ਵਿੱਚ ਦਰਜ ਨਹੀਂ ਸੀ। ਫਿਰ ਐਡਾ ਵੱਡਾ ਅਟੈਕ ਕਰਨ ਦਾ ਕੋਈ ਮਤਲਬ ਕਿ ਬਣਦਾ ਨਹੀਂ, ਕੋਈ ਤਰੀਕਾ ਨਹੀਂ ਬਣਦਾ। ਫਿਰ ਜੇ ਇਸ ਤਰ੍ਹਾਂ ਦੇਖੀਏ ਵੀ ਜੇ ਇੰਨਾ ਵੱਡਾ ਅਟੈਕ ਕਰਨਾ, ਉਸ ਤੋਂ ਪਹਿਲਾਂ ਵੀ ਇਹਨਾਂ ਨੇ ਸੰਤਾਂ ਨੂੰ ਫੜਿਆ ਸੀਗਾ ਫਿਰੋਜ਼ਪੁਰ ਜੇਲ੍ਹ ਦੇ ਵਿੱਚ। ਤੇ ਜੇ ਇਹਨਾਂ ਨੂੰ ਐਡਾ ਹੀ ਲੱਗਦਾ ਸੀ ਵੀ ਜਾਂ ਇੰਨੀ ਗੱਲਬਾਤ ਆ, ਤੇ ਉਦੋਂ ਹੀ ਉਹਨਾਂ ਨੂੰ ਮਤਲਬ ਕਿ ਅੰਦਰ ਰੱਖ ਸਕਦੇ ਜਾਂ ਕੁਛ ਵੀ ਸੀਗਾ। ਪਰ ਜਦ ਕਿ ਸਮੇਂ ਦੀਆਂ ਸਰਕਾਰਾਂ ਦੀ ਜਿਹੜੀ ਸੋਚ ਆ ਕੁਛ ਹੋਰ ਹੁੰਦੀ ਆ। ਇਹਨਾਂ ਦਾ ਤਾਂ ਬੇਸਿਕ ਇਹ ਸੀਗਾ ਵੀ ਇਸੇ ਕੰਮ ਨੂੰ ਸਬਕ ਸਿਖਾਉਣਾ ਕਿਸੇ ਤਰੀਕੇ। ਤੇ ਬਾਕੀ ਸੰਤਾਂ ਦਾ ਤੇ ਜਿਹੜਾ ਕੰਮ ਸੀਗਾ ਵੀ ਜਦੋਂ ਸਿੱਖ ਕੌਮ ਨਾਲ ਕੋਈ ਧੱਕਾ ਹੁੰਦਾ ਸੀਗਾ, ਹੁਣ ਜਿਵੇਂ 78 ਦੇ ਵਿੱਚ ਇੱਥੇ ਸਿੰਘ ਸ਼ਹੀਦ ਹੋਏ ਸੀਗੇ, ਉਦੋਂ ਵੀ ਜਿਹੜੀ ਆਪਣਾ ਉਸ ਸਮੇਂ ਦੀ ਸਰਕਾਰ ਪੰਜਾਬ ਦੀ ਸੀਗੀ, ਉਹਦੇ ਮਿਨਿਸਟਰ ਵਗੈਰਾ ਵੀ ਅੰਦਰ ਬੈਠੇ ਸੀਗੇ, ਸਾਰਾ ਕੁਝ ਸੀਗਾ। ਉਹਨਾਂ ਨੂੰ ਵੀ ਕਿਹਾ ਗਿਆ ਸੀ ਵੀ ਤੁਸੀਂ ਇਹ ਚੀਜ਼ ਨੂੰ ਰੋਕੋ, ਕੱਲ੍ਹ ਨੂੰ ਮਾਹੌਲ ਖਰਾਬ ਹੋਊਗਾ ਜਾਂ ਕੁਛ ਹੋਊਗਾ। ਤੇ ਉਹ ਚੀਜ਼ ਜਿਹੜੀ ਸੀਗੀ, ਪਰ ਉਹਨਾਂ ਨੇ ਜਿਹੜਾ ਸਰਕਾਰਾਂ ਨੇ ਇਹ ਚੀਜ਼ ਨੂੰ ਨਹੀਂ ਰੋਕਿਆ, ਤੇ ਜਿਹਦਾ ਨਤੀਜਾ ਬਾਅਦ ਦੇ ਵਿੱਚ ਆਪਾਂ 84 ਦਾ ਜਿਹੜਾ ਕਾਂਡ ਹੋਇਆ ਵਾ। ਕਿਉਂਕਿ ਜਦੋਂ ਵੀ ਸਿੱਖਾਂ ਨਾਲ ਧੱਕਾ ਹੁੰਦਾ ਸੀ, ਹਰ ਤੇ ਸੰਤ ਇਸ ਗੱਲ ਦੇ ਇਹਦੀ ਆਵਾਜ਼ ਚੁੱਕਦੇ ਸੀਗੇ, ਜਿਹੜੀ ਗੌਰਮੈਂਟ ਨੂੰ ਨਹੀਂ ਸੀ ਪਸੰਦ ਆਉਂਦੀ। ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਕੋਈ ਵੀ FIR ਦਰਜ ਨਹੀਂ ਸੀ, ਫਿਰ ਤੁਸੀਂ ਸਭ ਤੋਂ ਵੱਡਾ ਮੁੱਖ ਕਾਰਨ ਕਿਸ ਨੂੰ ਮੰਨਦੇ ਹੋ ਜਿਹਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹਾਦਤ ਦੇ ਵਿੱਚ ਸਭ ਤੋਂ ਵੱਡਾ ਹੱਥ ਸੀ?
ਨਹੀਂ, ਹੱਥ ਤੇ ਦੇਖੋ, ਮੈਂ ਅੱਗੇ ਵੀ ਇਹੀ ਗੱਲ ਕਹੀ ਆ ਵੀ ਜਿਹੜੀ ਸਮੇਂ ਦੀ ਸਰਕਾਰ ਹੁੰਦੀ ਆ, ਸਭ ਤੋਂ ਆਰਡਰ ਤੇ ਉਹਨਾਂ ਦਾ ਹੀ ਚੱਲਦਾ ਵਾ। ਤੇ ਹੱਥ ਕਹਿ ਲਓ ਜਾਂ ਤੁਸੀਂ ਜੋ ਵੀ ਕਹਿ ਲਓ, ਕਿਉਂਕਿ ਡਿਸੀਜਨ ਤਾਂ ਸਮੇਂ ਦੀ ਸਰਕਾਰ ਨੇ ਹੀ ਲੈਣਾ ਹੁੰਦਾ ਵੀ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ। ਤੇ ਸੋਈ ਜਿਹੜੇ ਵੀ ਉਸ ਟਾਈਮ ਸਮੇਂ ਦੇ ਸਰਕਾਰ, ਚਾਹੇ ਉਹ ਗਵਰਨਮੈਂਟ ਜਿਹੜੀ ਵੀ ਸੀਗੀ, ਕਾਂਗਰਸ ਸੀਗੀ ਉਸ ਟਾਈਮ, ਇੰਦਰਾ ਗਾਂਧੀ ਜੀ, ਤੇ ਉਹਨਾਂ ਦਾ ਹੀ ਡਿਸੀਜਨ ਸੀਗਾ ਤੇ ਉਹਨਾਂ ਦੇ ਡਿਸੀਜਨ ਨਾਲ ਹੀ ਇਹ ਸਾਰਾ ਕੁਝ ਹੋਇਆ ਵਾ। ਜਦ ਕਿ ਇਹਨੂੰ ਗੱਲਬਾਤ ਰਾਹੀਂ ਟਾਲਿਆ ਵੀ ਜਾ ਸਕਦਾ ਸੀਗਾ। ਤੇ ਸੋਈ ਇਹ ਜੋ ਵੀ ਸੀਗਾ ਵੀ ਸਮੇਂ ਦੀ ਸਰਕਾਰ ਹੀ ਸੀਗੀ ਜਿਸ ਨੇ ਜੋ ਵੀ ਕੀਤਾ ਸੀ। ਪਰ ਅੱਜ ਵੀ ਅਸੀਂ ਦੇਖੀਏ ਤਾਂ 1984 ਤੋਂ ਲੈ ਕੇ 1992 ਤੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ। ਪਰ ਤੁਸੀਂ ਦੇਖਦੇ ਹੋ ਆਏ ਦਿਨ ਅਸੀਂ ਕਿਤੇ ਨਾ ਕਿਤੇ ਦੇਖਦੇ ਕਿ ਸਿੱਖਾਂ ਦੀ ਕੁੱਟਮਾਰ ਕੀਤੀ ਜਾਂਦੀ ਆ, ਸਿੱਖਾਂ ਦੀ ਨਕਲਕੁਸ਼ੀ ਕੀਤੀ ਜਾਂਦੀ। ਤੁਸੀਂ ਉਸ ਤੇ ਕੀ ਕਹਿਣਾ ਚਾਹੋਗੇ? ਉਦੋਂ ਵੀ ਜਿਹੜੇ 84 ਦਾ ਜਿਹੜਾ ਘੱਲੂਘਾਰਾ ਵਰਤਿਆ ਕੌਮ ਦੇ ਨਾਲ ਜਾਂ ਹੋਇਆ, ਉਹਦੇ ਵੀ ਕਾਰਨ ਇਹੋ ਹੀ ਸੀਗੇ। ਤੇ ਅੱਜ ਵੀ ਗੌਰਮੈਂਟ ਨੇ, ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ, ਉਹਨਾਂ ਨੇ ਉਸ ਚੀਜ਼ ਤੋਂ ਕੋਈ ਸਬਕ ਨਹੀਂ ਲਿਆ ਕਿ ਜਦੋਂ ਤੱਕ ਕਿਸੇ ਵੀ ਕੌਮ ਨੂੰ ਜਾਂ ਕਿਸੇ ਇਨਸਾਨ ਨੂੰ ਕੋਈ ਇਨਸਾਫ ਨਹੀਂ ਮਿਲੂਗਾ ਤਾਂ ਉਹ ਫਿਰ ਜੋ ਉਹਦਾ ਹੀਲਾ ਹੁੰਦਾ ਉਹ ਆਪਣੇ ਵੱਲੋਂ ਜੋ ਵੀ ਕਿਸੇ ਕੋ ਸਰਦਾ ਉਹ ਕਰਦਾ ਹੀ ਹੈ। ਇਸ ਕਰਕੇ ਗੌਰਮੈਂਟਾਂ ਨੂੰ ਇਹ ਚਾਹੀਦਾ ਵਾ ਕਿਸੇ ਨਾਲ ਕੋਈ ਧੱਕੇਸ਼ਾਹੀ ਨਾ ਹੋਵੇ, ਕਿਸੇ ਨਾਲ ਕੋਈ ਬੇਇਨਸਾਫੀ ਨਾ ਹੋਵੇ, ਤੇ ਜਿਹੜਾ ਬਣਦਾ ਕਿਸੇ ਦਾ ਇਨਸਾਫ ਆ, ਜੋ ਜਿਵੇਂ ਹੁਣ 84 ਦੇ ਆਪਣਾ ਦਿੱਲੀ ਜਿਹੜੇ ਹੋਏ ਸੀਗੇ ਦੰਗੇ, ਉਹਨਾਂ ਨੂੰ ਅੱਜ 35 ਸਾਲ ਹੋ ਚੁੱਕੇ ਨੇ, ਪਰ ਕਿਸੇ ਵੀ ਇਹਨਾਂ ਨੇ ਬੰਦੇ ਨੂੰ ਕੋਈ ਸਜ਼ਾ ਜਾਂ ਕੁਛ ਇਹੋ ਜਿਹਾ ਨਹੀਂ ਕੀਤਾ। ਇੱਕ ਦੋ ਜੇ ਕੋਈ ਨਿੱਕੇ ਮੋਟੇ ਬੰਦਿਆਂ ਨੂੰ ਸਜ਼ਾ ਹੋ ਵੀ ਗਈ ਆ, ਪਰ ਜਿਹੜੇ ਮੇਨ ਮਾਸਟਰਮਾਈਂਡ ਸੀਗੇ ਜਾਂ ਜਿਹਨਾਂ ਨੇ ਸਾਰੀ ਜਿਨ੍ਹਾਂ ਦੀ ਦੇਖ ਰੇਖ 'ਚ ਕੁਛ ਹੋਇਆ ਸੀਗਾ, ਉਹ ਅੱਜ ਤੱਕ ਖੁੱਲ੍ਹੇ ਘੁੰਮ ਰਹੇ ਨੇ। ਹੁਣ ਆਣ ਕੇ ਇਹਨਾਂ ਨੇ ਸੱਜਣ ਕੁਮਾਰ ਨੂੰ ਇਹਨਾਂ ਨੇ ਉਹ ਥੋੜ੍ਹਾ ਜਿਹਾ ਅੰਦਰ ਉਹਨਾਂ ਨੂੰ ਦਿੱਤਾ ਹੋਇਆ ਵਾ। ਤੇ ਪਰ ਜਿਹੜਾ ਮਤਲਬ ਕਿ ਕਹਿੰਦੇ ਨਾ ਵੀ ਜਦੋਂ ਇਨਸਾਫ ਮਿਲਣ 'ਚ ਬਹੁਤ ਦੇਰ ਹੋ ਜਾਂਦੀ ਆ ਤੇ ਦੇਰ ਨਾਲ ਮਿਲਿਆ ਵੀ ਇਨਸਾਫ ਨਹੀਂ ਹੁੰਦਾ। ਤੇ ਇਸ ਕਰਕੇ ਗੱਲ ਤਾਂ ਇਹੀ ਆ ਵੀ ਸਰਕਾਰਾਂ ਜਿਹੜੀਆਂ ਵੀ ਮਰਜ਼ੀ ਹੋਣ, ਉਹਨਾਂ ਨੂੰ ਇਹੋ ਚਾਹੀਦਾ ਵੀ ਕਿਸੇ ਨਾਲ ਵੀ ਕੋਈ ਧੱਕਾ ਨਾ ਹੋਵੇ ਤੇ ਹਰ ਇੱਕ ਬੰਦੇ ਨੂੰ, ਇਨਸਾਨ ਨੂੰ ਆਪਣੇ ਮਤਲਬ ਕਿ ਅਧਿਕਾਰਾਂ ਦੇ ਨਾਲ ਰਹਿਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਤੁਸੀਂ ਦੇਖਦੇ ਹੋਗੇ ਕਿ ਅੱਜ ਖਾਲਿਸਤਾਨ ਦੀ ਮੰਗ ਕੀਤੀ ਜਾਂਦੀ, ਤੁਹਾਨੂੰ ਲੱਗਦਾ ਨਹੀਂ ਕਿਤੇ ਇਹੀ ਕਾਰਨਾਂ ਕਰਕੇ ਅੱਜ ਸਾਨੂੰ ਖਾਲਿਸਤਾਨ ਦੀ ਮੰਗ ਕਰਨੀ ਪੈ ਰਹੀ ਹੈ, ਜਿੱਥੇ ਸਾਡੇ ਸਿੱਖਾਂ ਦੀ ਨਕਲਕੁਸ਼ੀ 84 ਤੋਂ ਲੈ ਕੇ 92 ਕੀ ਅੱਜ 2019 ਹੋ ਚੁੱਕਾ, ਪਰ ਅਜੇ ਵੀ ਕਿਤੇ ਨਾ ਕਿਤੇ ਬੰਦ ਹੋਣ ਦਾ ਨਾਂ ਨਹੀਂ ਲੈ ਰਹੀ। ਤੁਹਾਡਾ ਕੀ ਕਹਿਣਾ ਇਸ ਤੇ? ਹਾਂ ਦੇਖੋ ਜੀ, ਇਹ ਚੀਜ਼ ਨੂੰ ਆਪਾਂ 84 ਦੇ ਵਿੱਚ ਵੀ ਜਦੋਂ ਦੇਖੀਏ, ਸੰਤ ਜਰਨੈਲ ਸਿੰਘ ਜੀ ਨੇ ਵੀ ਜੇ ਉਸ ਟਾਈਮ ਦੇਖੀਏ ਤੇ ਉਹਨਾਂ ਨੇ ਕਦੀ ਵੀ ਆਪਣੇ ਮੂੰਹ ਨਹੀਂ ਸੀ ਕਿਹਾ ਸਾਨੂੰ ਖਾਲਿਸਤਾਨ ਚਾਹੀਦਾ। ਉਹਨਾਂ ਨੇ ਇਹੀ ਕਿਹਾ ਸੀਗਾ ਕਿ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਹਾਂ, ਸਾਨੂੰ ਬਰਾਬਰ ਦੇ ਅਧਿਕਾਰ ਚਾਹੀਦੇ ਨੇ, ਜਿਹੜੇ ਕਿ ਇਹਨਾਂ ਨੇ 47 ਤੋਂ ਪਹਿਲਾਂ ਪੰਡਿਤ ਜਵਾਹਰ ਲਾਲ ਨਹਿਰੂ ਜਾਂ ਹੋਰ ਜਿਹੜੇ ਵੀ ਉਸ ਟਾਈਮ ਦੇ ਸਮੇਂ ਦੇ ਲੀਡਰ ਸੀਗੇ, ਉਹਨਾਂ ਨੇ ਸਿੱਖ ਕੌਮ ਨਾਲ ਵਾਅਦੇ ਕੀਤੇ ਸੀਗੇ। ਕਿਉਂਕਿ ਹਿੰਦੁਸਤਾਨ ਦੀ ਜਿਹੜੀ ਆਜ਼ਾਦੀ ਦੇ ਵਿੱਚ 87 ਤੋਂ ਪਲੱਸ ਕੁਰਬਾਨੀਆਂ ਜਿਹੜੀਆਂ ਸਿੱਖਾਂ ਦੀਆਂ ਨੇ, ਉਸ ਟਾਈਮ ਇਹਨਾਂ ਨੇ ਇਹੀ ਵਾਅਦੇ ਕੀਤੇ ਸੀ ਸਿੱਖਾਂ ਦੇ ਨਾਲ ਕਿ ਅਸੀਂ ਤੁਹਾਨੂੰ ਇੱਕ ਆਜ਼ਾਦ ਖਿੱਤਾ ਦੇਵਾਂਗੇ ਜਿਹਦੇ ਵਿੱਚ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ ਜਾਂ ਜਿਸ ਤਰ੍ਹਾਂ ਵੀ ਆ। ਤੇ ਉਹ ਜਿਹੜੀਆਂ ਚੀਜ਼ਾਂ ਇਹਨਾਂ ਨੇ ਉਹ ਪੂਰੀਆਂ ਨਹੀਂ ਕੀਤੀਆਂ। ਹੁਣ ਸੰਤਾਂ ਨੇ ਤੇ ਉਦੋਂ ਜਿਹੜਾ ਮੋਰਚਾ ਵੀ ਲੱਗਾ ਸੀਗਾ, ਉਹਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਸੀਗਾ, ਜਿਹੜਾ ਅੱਜ ਵੀ ਨੈੱਟ 'ਤੇ ਪਿਆ, ਤੁਸੀਂ ਦੇਖ ਸਕਦੇ ਹੋ। ਉਹਦੇ 'ਚ ਕਿਤੇ ਵੀ ਕੋਈ ਇਸ ਗੱਲ ਦਾ ਜ਼ਿਕਰ ਨਹੀਂ ਸੀਗਾ ਵੀ ਸਾਨੂੰ ਖਾਲਿਸਤਾਨ ਚਾਹੀਦਾ ਜਾਂ ਕੁਛ ਇਸ ਤਰ੍ਹਾਂ ਦਾ। ਉਹ ਤਾਂ ਹਾਂ, ਉਹਨਾਂ ਨੇ ਇਹ ਕਿਹਾ ਸੀ ਵੀ ਜਿਸ ਦਿਨ ਜਿਹੜੀ ਸਰਕਾਰ ਆ ਹਰਿਮੰਦਰ ਸਾਹਿਬ 'ਤੇ ਹਮਲਾ ਕਰੂਗੀ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਤੇ ਇਹ ਸੋਈ ਗੱਲਾਂ ਨੇ। ਮੰਨਦੇ ਹੋ ਕਿ ਅਜੇ ਜਿੱਥੇ ਆਪਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਖਸੀਅਤ ਦੀ ਗੱਲ ਕਰਦੇ ਆ, ਜਿਨ੍ਹਾਂ ਨੇ ਇੱਕ ਪੰਥ ਨੂੰ ਜੋੜ ਕੇ ਰੱਖਿਆ ਔਰ ਇੱਕ ਵਧੀਆ ਰਾਜ ਚਲਾਇਆ, ਪਰ ਅੱਜ ਜਿੱਥੇ ਕਿਤੇ ਆਪਾਂ ਲੱਗਦਾ ਸਾਨੂੰ ਕਿ ਕਿਤੇ ਸਾਡੀ ਕੌਮ ਦਾ ਲੀਡਰ ਨਾ ਹੋਣ ਕਰਕੇ ਸਾਡੇ ਕੌਮ ਦੀ ਇਹ ਦਸ਼ਾ ਹੋ ਚੁੱਕੀ ਹੈ? ਹਾਂ ਬਿਲਕੁਲ, ਇਹ ਗੱਲ ਤੇ 100% ਸੱਚ ਆ ਕਿ ਇੱਕ ਮਾਰਸ਼ਲ ਕੌਮ ਜਿਹੜੀ ਆ, ਅੱਜ ਆਪਾਂ ਮਤਲਬ ਕਿ ਦੂਜਿਆਂ ਦੇ ਰਹਿਮੋ ਕਰਮ ਦੇ ਹਿਸਾਬ ਨਾਲ ਤੁਰੇ ਫਿਰਦੇ ਹਾਂ। ਬੜੇ ਮਤਲਬ ਕਿ ਚਲੋ ਅੱਜ ਦੀ ਡੇਟ 'ਚ ਵੀ ਸਿੱਖ ਸੰਘਰਸ਼ ਕਰ ਰਹੇ ਨੇ ਜੋ ਵੀ ਆ, ਪਰ ਇੱਕ ਜਿਹੜਾ ਇੱਕ ਲੀਡਰ ਦੀ ਅਣਹੋਂਦ ਕਰਕੇ ਤੇ ਸਾਨੂੰ ਜਿਹੜੀ ਮਤਲਬ ਕਿ ਜੋ ਸਾਨੂੰ ਸਫਲਤਾ ਜਾਂ ਜਿਹੜੀ ਵੀ ਚੀਜ਼ ਸਾਨੂੰ ਮਿਲਣੀ ਚਾਹੀਦੀ ਹੈ, ਸਾਡੇ ਰਾਈਟਸ ਜਾਂ ਜੋ ਅਧਿਕਾਰ ਸਾਨੂੰ ਮਿਲਣਾ ਚਾਹੀਦਾ, ਉਹ ਇੱਕ ਲੀਡਰ ਦੀ ਅਣਹੋਂਦ ਕਰਕੇ ਸਾਨੂੰ ਉਹ ਚੀਜ਼ਾਂ ਨਹੀਂ ਮਿਲ ਪਾ ਰਹੀਆਂ। ਜਦ ਕਿ ਇੱਕ
ਕੌਮ ਦਾ ਕੋਈ ਨਾ ਕੋਈ ਲੀਡਰ ਇੱਕ ਜ਼ਰੂਰ ਹੋਣਾ ਚਾਹੀਦਾ ਸੀਗਾ, ਜਿਹੜਾ ਅੱਜ ਦੀ ਡੇਟ ਦੇ ਵਿੱਚ ਸਿੱਖ ਕੌਮ ਇਸ ਚੀਜ਼ ਤੋਂ ਵਿਰਵੀ ਆ ਅਤੇ ਲੀਡਰ ਦੀ ਅਣਹੋਂਦ ਆ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਰਮਜੀਤ ਸਿੰਘ ਜੀ। ਆਪ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਤੁਹਾਡੇ ਪਿਤਾ ਜੀ ਦੀ ਸ਼ਹਾਦਤ ਹੋਈ ਔਰ ਸਰ ਜਰਨੈਲ ਸਿੰਘ ਪਿੰਡ। ਇੱਕ ਗੱਲ ਰਹਿ ਗਈ ਸੀ, ਜਿਸ ਤਰ੍ਹਾਂ ਮੈਂ ਆਪਣਾ ਤੁਹਾਨੂੰ ਦੱਸ ਰਿਹਾ ਸੀਗਾ ਵੀ ਜਿਹੜੀ ਆਪਾਂ ਪਿਤਾ ਜੀ ਦੀ ਸ਼ਹਾਦਤ ਪ੍ਰੋਪਰ ਨਹੀਂ ਸੀ ਗਾਂ ਗੱਲ ਨਹੀਂ ਕਰ ਸਕੇ। ਜ਼ਰੂਰ ਤੁਸੀਂ ਹੁਣ ਦੱਸੋ। ਹਾਂ, ਉਹਦੇ 'ਚ ਜਿਹੜਾ ਸੀਗਾ ਜਿਵੇਂ ਮਤਲਬ ਕਿ ਜਿੱਥੇ ਅਕਾਲ ਤਖਤ ਸਾਹਿਬ ਆ, ਅਤੇ ਅਕਾਲ ਤਖਤ ਸਾਹਿਬ ਜਿਹੜਾ ਜਿੱਥੇ ਸ਼ਸਤਰ ਪਏ ਹੁੰਦੇ ਨੇ, ਇਹਨਾਂ ਦਾ ਉੱਥੇ ਮੋਰਚਾ ਹੁੰਦਾ ਸੀਗਾ। ਅਤੇ ਜਿਵੇਂ ਜਨਰਲ ਸ਼ਵੇਕ ਸਿੰਘ ਜੀ ਸੀਗੇ, ਉਹਨਾਂ ਨੇ ਸਾਰੀ ਉੱਥੇ ਉਹਨਾਂ ਦੀ ਕਮਾਂਡ ਸੀਗੀ ਉਸ ਟਾਈਮ। ਅਤੇ ਇੱਕ ਮੁਖਤਿਆਰ ਸਿੰਘ ਜੀ ਮੁਖੀ ਹੋਏ ਨੇ ਜਿਹੜੇ ਉਸ ਟਾਈਮ ਅੰਦਰ ਸੀਗੇ, ਉਹਨਾਂ ਦੀ ਵੀ ਪਿੱਛੇ ਜੇ ਇੰਟਰਵਿਊ ਦੇ ਵਿੱਚ ਕਾਫੀ ਕੁਝ ਸਾਨੂੰ ਉਹਨਾਂ ਬਾਰੇ ਵੀ ਫਾਦਰ ਸਾਹਿਬ ਬਾਰੇ ਪਤਾ ਲੱਗਿਆ ਸੀਗਾ। ਜਾਂ ਇੱਕ ਦੋ ਸਿੰਘ ਜਿਹੜੇ ਉਦੋਂ ਕੋਈ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸੀਗੇ, ਕੁਛ ਅੰਦਰ ਸੀਗੇ, ਉਹ ਇੱਕ ਵਾਰ ਸਾਨੂੰ ਮਿਲੇ ਸੀਗੇ। ਉਹਨਾਂ ਨੇ ਦੱਸਿਆ ਸੀ ਵੀ ਲਾਸਟ ਐਂਡ ਤੱਕ 6 ਜੂਨ ਤੱਕ ਇਹ ਉੱਥੇ ਲੜਦੇ ਰਹੇ ਸੀਗੇ। ਅਤੇ ਜਨਰਲ ਸਾਹਿਬ ਨੂੰ ਜਿੱਥੇ ਹੁਕਮਨਾਮਾ ਲਿਖਿਆ ਹੁੰਦਾ ਸੀਗਾ ਪਹਿਲਾਂ, ਅਤੇ ਉੱਥੇ ਜਨਰਲ ਸਾਹਿਬ ਨੂੰ ਜਦੋਂ ਜ਼ਖਮੀ ਹੋ ਗਏ ਜਨਰਲ ਸਾਹਿਬ, ਉੱਥੇ ਉਹਨਾਂ ਨੂੰ ਗੋਲੀ ਲੱਗੀ ਸੀਗੀ। ਅਤੇ ਉਸ ਟਾਈਮ ਵੀ ਇਹਨਾਂ ਨੇ ਜਨਰਲ ਸਾਹਿਬ ਨੇ ਆਵਾਜ਼ ਦਿੱਤੀ ਸੀ ਫੌਜੀ ਫੌਜੀ ਕਰਕੇ, ਆਪਣਾ ਫਾਦਰ ਸਾਹਿਬ ਨੂੰ ਆਵਾਜ਼ ਮਾਰੀ ਸੀਗੀ ਕਿ ਮੈਂ ਜ਼ਖਮੀ ਹੋ ਗਿਆ। ਤਾਂ ਫਾਦਰ ਸਾਹਿਬ ਕਿਉਂਕਿ ਇਹ ਫੌਜ ਦੇ ਵਿੱਚ ਸੀਗੇ ਅਤੇ ਇਹਨਾਂ ਨੂੰ ਸਾਰਾ ਪਤਾ ਸੀ ਵੀ ਕਿਵੇਂ ਜ਼ਖਮੀ ਬੰਦੇ ਨੂੰ ਕਿਵੇਂ ਚੁੱਕ ਕੇ ਲਈਦਾ ਜਾਂ ਕਿਸ ਤਰ੍ਹਾਂ ਕਰੀਦਾ ਵਾ। ਇਹਨਾਂ ਨੇ ਉਸ ਟਾਈਮ ਫਿਰ ਆਪਣੇ ਜਗ੍ਹਾ ਕਿਸੇ ਹੋਰ ਨੂੰ ਡਿਊਟੀ ਦੇ ਕੇ, ਅਤੇ ਉਸ ਟਾਈਮ ਫਿਰ ਇਹਨਾਂ ਨੇ ਜਨਰਲ ਸਾਹਿਬ ਨੂੰ ਜਿਹੜਾ ਉੱਥੋਂ ਸੀਗਾ ਚੁੱਕ ਕੇ ਅਕਾਲ ਤਖਤ ਸਾਹਿਬ ਖੜਿਆ ਸੀਗਾ। ਅਤੇ ਲਾਸਟ ਜਿੱਦਣ 6 ਜੂਨ ਸੀਗੀ, ਉਦਣ ਜਿਹੜਾ ਇਹਨਾਂ ਦਾ ਉੱਪਰ 4 ਵਜੇ ਦਾ ਕੋਈ ਟਾਈਮ ਹੋਣਾ ਵਾ, ਉਸ ਟਾਈਮ ਜਿਹੜੇ ਮੁਲਾਜ਼ਮ ਵਗੈਰਾ ਸੀ ਅੰਦਰੋਂ ਨਿਕਲੇ, ਉਹ ਇੱਕ ਦੱਸਦਾ ਸੀਗਾ, ਕਹਿੰਦਾ ਅਸੀਂ ਲਾਸਟ ਟਾਈਮ ਉੱਧਰ ਉਹਨਾਂ ਨੂੰ ਛੱਡ ਕੇ ਆਏ। ਉੱਥੇ ਮਤਲਬ ਕਿ ਇੰਨਾ ਕੁ ਗੋਲਾ ਬਰੂਦ ਚੱਲਿਆ ਸੀਗਾ ਕਿ ਅੱਖਾਂ ਇਹਨਾਂ ਦੀਆਂ ਬਹੁਤ ਜ਼ਿਆਦਾ ਲਾਲ ਸੀਗੀਆਂ, ਸੁੱਜੀਆਂ ਹੋਈਆਂ ਸੀ, ਕਿਉਂਕਿ 2-3 ਦਿਨ ਤੋਂ ਆਰਾਮ ਵੀ ਨਹੀਂ ਸੀ ਕੀਤਾ। ਅਤੇ ਆਪਣਾ ਉਦਣ ਜਿਹੜਾ ਉਦੋਂ ਵੀ ਸੰਤ ਕਹਿੰਦੇ ਭੋਰੇ 'ਚੋਂ ਨਿਕਲੇ ਸੀਗੇ, ਅਤੇ ਸੰਤਾਂ ਨੇ ਆਣ ਕੇ ਪੁੱਛਿਆ, ਉਹਨਾਂ ਦੇ ਸਾਹਮਣੇ ਪੁੱਛਿਆ ਵੀ ਹਾਂ ਫੌਜੀਆ ਕੀ ਹਾਲ ਚਾਲ ਨੇ ਤੁਹਾਡੇ, ਕਿੱਦਾਂ ਹੋ? ਅਤੇ ਉਹਨਾਂ ਨੇ ਕਿਹਾ ਸੀ ਵੀ ਹਾਂ ਹਾਲ ਤਾਂ ਮੇਰਾ ਠੀਕ ਨੇ, ਵੀ ਲਾਗੇ ਜੇ ਮੇਰੇ ਕੋਈ ਜਿਹੜਾ ਹੈਗਾ ਅਸਲਾ ਵਗੈਰਾ ਇਹ ਖਤਮ ਹੋ ਰਿਹਾ ਵਾ ਥੋੜ੍ਹਾ ਜਿਹਾ, ਅਤੇ ਜੇ ਕੁਛ ਹੋਰ ਹੈਗਾ ਤਾਂ ਮੈਨੂੰ ਦੇ ਦਿੱਤਾ ਜਾਵੇ। ਸੰਤਾਂ ਨੇ ਕਿਹਾ ਸੀ ਵੀ ਚਲੋ ਆਪਣਾ ਸਿੰਘਾਂ ਦੀ ਡਿਊਟੀ ਲਾਈ ਵੀ ਇਹਨਾਂ ਦਾ ਧਿਆਨ ਰੱਖੋ ਨਾਲ। ਅਤੇ ਉਸ ਟਾਈਮ ਉਹ ਜਿਹੜਾ ਸਿੰਘ ਸੀ ਨਾਲ, ਉਹਨਾਂ ਨੇ ਦੱਸਿਆ ਸੀ ਕਿ ਆਪਣਾ ਮੈਂ ਆਪਣੇ ਹੱਥੀਂ ਇਹਨਾਂ ਨੂੰ 2 ਕੁ ਬੁਰਕੀਆਂ ਰੋਟੀ ਦੀਆਂ ਖਵਾਈਆਂ ਸੀਗੀਆਂ। ਅਤੇ ਉਸ ਟਾਈਮ ਬਸ ਉਹਨਾਂ ਨੇ ਕਿਹਾ ਬਸ ਠੀਕ ਹੈ, ਬਹੁਤੀ ਰੋਟੀ ਮੈਂ ਨਹੀਂ ਖਾਣੀ, ਫਿਰ ਨੀਂਦ ਆਉਣ ਲੱਗ ਪੈਂਦੀ ਆ। ਉਸ ਟਾਈਮ ਉਹ ਸੀਗਾ। ਫਿਰ ਜਦੋਂ ਉਸ ਤੋਂ ਬਾਅਦ ਸੰਤਾਂ ਨੇ ਜਦੋਂ ਅਰਦਾਸ ਕੀਤੀ ਥੱਲੇ, ਅਤੇ ਸੰਤ ਭੋਰੇ 'ਚੋਂ ਨਿਕਲੇ ਨੇ, ਸੰਤਾਂ ਨੇ ਸਿੰਘਾਂ ਨੂੰ ਕਿਹਾ ਸੀ ਵੀ ਜਿਹੜੇ ਜਾਣਾ ਚਾਹੁੰਦੇ ਨੇ ਉਹ ਚਲੇ ਜਾਣ, ਅਤੇ ਜਿਹੜੇ ਆਪਣਾ ਅਸੀਂ ਤਾਂ ਅਰਦਾਸ ਕਰ ਲਈ, ਅਸੀਂ ਤਾਂ ਹੁਣ ਸ਼ਹਾਦਤ ਦੇਣੀ ਆ, ਜਿਹੜਾ ਲਾਸਟ ਟਾਈਮ ਸੀਗਾ। ਅਤੇ ਉਸ ਟਾਈਮ ਫਿਰ ਜਦੋਂ ਇਹਨਾਂ ਨੂੰ ਇਹ ਪਤਾ ਲੱਗਾ ਸੀ, ਅਤੇ ਇਹ ਵੀ ਫਿਰ ਸੰਤਾਂ ਦੇ ਨਾਲ ਹੀ ਉੱਥੋਂ ਅਕਾਲ ਤਖਤ ਸਾਹਿਬ ਤੋਂ ਉਤਰ ਆਈ ਸੀ ਥੱਲੇ। ਅਤੇ ਲਾਸਟ ਜਿਹੜੀ ਫਿਰ ਇਹਨਾਂ ਦੀ ਉੱਥੇ ਅਕਾਲ ਤਖਤ ਦੇ ਸਾਹਮਣੇ ਜਿਹੜੀ ਫਾਈਟ ਹੋਈ ਆ, ਅਤੇ ਉੱਥੇ ਫਿਰ ਇਹਨਾਂ ਦੀ ਜਿਹੜੀ ਸ਼ਹਾਦਤ ਲਾਸਟ ਉੱਥੇ ਹੋਈ ਸੀ। 78 ਦੇ ਵਿੱਚ ਵੀ ਜਦੋਂ 13 ਸਿੰਘ ਸ਼ਹੀਦ ਹੋਏ ਸੀਗੇ, ਉਦੋਂ ਵੀ ਇਹ ਆਪਣਾ ਪਿਤਾ ਜੀ ਨਾਲ ਹੀ ਸੀਗੇ ਉੱਥੇ, ਉਸ ਟਾਈਮ ਵੀ ਇਹ ਜ਼ਖਮੀ ਹੋਏ ਸੀਗੇ। ਅਤੇ ਇਸ ਤਰ੍ਹਾਂ ਕਰਕੇ ਮਤਲਬ ਸ਼ੁਰੂ ਤੋਂ ਅਸੀਂ ਨਾਲ ਹੀ ਸੰਤਾਂ ਦੇ ਚੱਲੇ ਆਉਂਦੇ ਸੀ। ਜਿੱਥੇ ਆਪਾਂ ਸ਼ਹਾਦਤ, ਜਿੱਥੇ ਭਾਈ ਸੁਬੇਗ ਜੀ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਹੋਰ ਵੀ ਕਈ ਇੱਦਾਂ ਦੇ ਸ਼ਹੀਦ ਸਿੰਘ ਨੇ ਜਿਨ੍ਹਾਂ ਦੇ ਅਜੇ ਤੱਕ ਮੈਂ ਸੋਚਦੀ ਹਾਂ ਕਿ ਕਿਤੇ ਨਾ ਕਿਤੇ ਸਰਕਾਰਾਂ ਨੇ ਕੋਈ ਪੈਰਵਾਈ ਨਹੀਂ ਕੀਤੀ, ਕੋਈ ਸਾਰ ਖਬਰ ਨਹੀਂ, ਕਿ ਤੁਹਾਡੇ ਤੱਕ ਕਿਸੇ ਨੇ ਪਹੁੰਚ ਕੀਤੀ ਸੀ? ਨਹੀਂ, ਸਾਡੇ ਤੱਕ ਵੀ ਕਿਸੇ ਨੇ ਕੋਈ ਬਹੁਤੀ ਪਹੁੰਚ ਨਹੀਂ ਹੋਈ। ਸਾਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਉਸ ਤੋਂ ਬਾਅਦ 'ਚ ਡੈਥ ਸਰਟੀਫਿਕੇਟ ਉਹਨਾਂ ਨੂੰ ਦਿੱਤਾ ਸੀਗਾ, ਅਤੇ ਉਹਨਾਂ ਨੇ ਇੱਕ ਵਾਰ ਜ਼ਰੂਰ ਮਦਦ ਕੀਤੀ ਸੀ, 10,000 ਰੁਪਈਆ ਉਹਨਾਂ ਨੇ ਦਿੱਤਾ ਸੀ ਉਦੋਂ ਸਾਨੂੰ। ਅਤੇ ਉਸ ਤੋਂ ਬਾਅਦ ਜੇ ਕੋਈ ਗੌਰਮੈਂਟ ਵੱਲੋਂ ਕਹੀਏ ਤਾਂ ਨਹੀਂ, ਕੋਈ ਗੌਰਮੈਂਟ ਦਾ ਚਲੋ ਖੈਰ ਕੀ ਦੇਣਾ ਸੀ, ਕਿਉਂਕਿ ਗੌਰਮੈਂਟ ਦੇ ਤਾਂ ਆਪਾਂ ਅਗੇਂਸਟ ਹੀ ਲੜੇ ਸੀਗੇ। ਅਤੇ ਬਾਕੀ ਚਲੋ ਕੋਈ ਸਾਨੂੰ ਐਡੀ ਗੱਲ ਵੀ ਹੈ ਨਹੀਂ ਵੀ ਚਲੋ ਠੀਕ ਹੈ, ਪ੍ਰਮਾਤਮਾ ਰੋਟੀ ਪਾਣੀ ਦੇ ਰਿਹਾ, ਆਪਾਂ ਨਹੀਂ ਕਦੀ ਕਿਸੇ ਨੂੰ ਬਹੁਤਾ ਕਿਹਾ ਵੀ ਜਾਂ ਕਿਸ ਤਰ੍ਹਾਂ ਵਾ, ਜਿਵੇਂ ਵੀ ਆ। ਚਲੋ ਟਾਈਮ 'ਤੇ ਸਾਡੇ 'ਤੇ ਵੀ ਉਦੋਂ ਕਾਫੀ ਮਾੜਾ ਰਿਹਾ ਸੀ। ਮੈਂ ਵੀ ਉਦੋਂ 12 ਕੁ ਸਾਲ ਦਾ ਸੀਗਾ ਜਦੋਂ ਫਿਰ ਮੈਨੂੰ ਵੀ ਇਹਨਾਂ ਨੇ 1-2 ਨਾਲ ਫੜ ਲਿਆ ਸੀ ਇੱਦਾਂ, ਅਤੇ ਮੇਰਾ ਵੀ ਇੱਦਾਂ 14-15 ਦਿਨ ਮੈਨੂੰ ਵੀ ਰੱਖਿਆ ਸੀ ਇਹਨਾਂ ਨੇ, ਇੱਥੇ ਥਾਣੇ 'ਚ ਰੱਖਿਆ ਸੀਗਾ। ਫਿਰ ਘਰਦਿਆਂ ਨਾਲ ਮਗਰੋਂ ਥੋੜ੍ਹੀ ਜਿਹੀ ਪੈਰਵਾਈ ਕਰਕੇ, ਉੱਥੇ ਸਾਡਾ ਕੋਈ ਰਿਲੇਟਿਵ ਸੀਗਾ, ਉਹ ਕਿਸ ਤਰ੍ਹਾਂ ਗੱਲਬਾਤ ਕਰਕੇ ਚਲੋ ਉਹਨਾਂ ਨੂੰ,
ਤੇ ਫਿਰ ਇਹਨਾਂ ਛੁਡਾਇਆ ਸੀਗਾ। ਤੇ ਉਸ ਦਾ ਮਾਹੌਲ ਤੇ ਇਸ ਤਰ੍ਹਾਂ ਦਾ ਸੀਗਾ ਕਿ ਤੁਸੀਂ ਸਵੇਰੇ ਘਰੋਂ ਜਾਂਦੇ ਹੋ, ਸ਼ਾਮ ਦਾ ਪਤਾ ਕੋਈ ਨਹੀਂ ਸੀ ਘਰ ਆਉਣਾ ਕਿ ਨਹੀਂ ਆਉਣਾ। ਮੈਨੂੰ ਅਜੇ ਵੀ ਯਾਦ ਆ, ਸਾਡੇ ਸਾਹਮਣੇ ਬਿਲਕੁਲ ਘਰ ਹੁੰਦੇ ਸੀਗੇ ਤੇ ਇੱਥੇ ਉਦੋਂ ਕਰਫਿਊ ਲੱਗਿਆ ਸੀਗਾ ਤੇ ਉੱਥੇ ਸਾਹਮਣੇ ਉਹ ਮੁੰਡੇ ਸੀਗੇ ਤੇ ਉਹ ਤਾਸ਼ ਖੇਡਦੇ ਸੀਗੇ ਤੇ CRP ਵਾਲਿਆਂ ਨੇ ਉਦੋਂ ਉੱਧਰੋਂ CRP ਵਾਲੇ ਆ ਕੇ ਹੁਟਰ ਜਿਹਾ ਮਾਰਦੇ ਤੇ ਉਹਨਾਂ ਨੇ ਉਹ ਭੱਜ ਕੇ ਤੇ ਪਰਲੇ ਪਾਸੇ ਜਾਣਾ ਸੀਗਾ। ਇੱਕ ਮੁੰਡਾ ਇਹਨਾਂ ਨੇ ਗੋਲੀ ਮਾਰੀ ਤੇ ਉਹ ਬਿਲਕੁਲ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਉਹ ਵਿਚਾਰਾ ਉਸ ਟਾਈਮ ਮਾਰਿਆ ਗਿਆ ਸੀਗਾ। ਤੇ ਸੋ ਇਹ ਸੀਗਾ ਵੀ ਹਾਲਾਤ ਉਦੋਂ ਇੰਨੇ ਕੁ ਸੀਗੇ ਇੱਦਾਂ ਦੇ। ਤੇ ਬਾਕੀ ਚਲੋ ਕੋਈ ਨਹੀਂ, ਪਰਮਾਤਮਾ ਕਰ ਰਿਹਾ, ਬਸ ਚੱਲ ਰਹੇ ਆ, ਬਸ ਠੀਕ ਆ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਰਮਜੀਤ ਸਿੰਘ ਜੀ, ਆਪ ਜੀ ਨੇ ਆਪਣੇ ਸ਼ਹੀਦ ਭਾਈ ਸੁਬੇਗ ਸਿੰਘ ਜੀ ਦੀ ਫੌਜੀ ਦੀ ਸ਼ਹਾਦਤ ਨੂੰ ਸਾਡੇ ਨਾਲ ਵਿੱਚ ਸਾਂਝਾ ਕੀਤਾ। ਦਰਸ਼ਕੋ, ਅਸੀਂ ਦੱਸਣਾ ਚਾਹੁੰਦੇ ਕਿ ਜਿੱਥੇ ਅਸੀਂ ਚਾਹੁੰਦੇ ਸੀ ਕਿ ਉਹ ਸ਼ਹੀਦ ਸਿੰਘਾਂ ਦੇ ਘਰਾਂ ਵਿੱਚ ਜਾ ਕੇ ਅਸੀਂ ਉਹਨਾਂ ਦੀ ਪਹੁੰਚ ਕਰੀਏ, ਉਹਨਾਂ ਦੇ ਹੱਡ ਬੀਤੀ ਤੁਹਾਡੇ ਤੱਕ ਸੁਣਾਈਏ, ਜਿਹੜੇ ਕਿ 1984 ਦੇ ਅਟੈਕ ਤੋਂ ਲੈ ਕੇ 1992 ਦੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਸੀ। ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਕਰੀਏ ਤਾਂ ਜਿੱਥੇ ਆਪਾਂ ਭਾਈ ਸੁਬੇਗ ਸਿੰਘ ਤੇ ਭਾਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗੱਲ ਕਰਦੇ ਹਾਂ, ਉਹ ਇੱਕ ਇੱਦਾਂ ਦੇ ਪਿਆਰ ਸਤਿਕਾਰ ਨਾਲ ਰਹਿਣ ਵਾਲੇ, ਇੱਕ ਦੂਜੇ ਦੀ ਕੇਅਰ ਕਰਨ ਵਾਲੇ ਸੀ। ਉਹਨਾਂ ਨੇ ਅਰਦਾਸ ਵੀ ਇਕੱਠਿਆਂ ਕੀਤੀ ਕਿ ਸ਼ਹੀਦੀਆਂ ਅਸੀਂ ਪਾਉਣੀਆਂ। ਤਾਂ ਦਰਸ਼ਕੋ, ਤੁਸੀਂ ਦੇਖ ਸਕਦੇ ਹੋ ਕਿ ਅੱਜ 1984 ਤੋਂ ਲੈ ਕੇ ਅੱਜ 2019 ਹੋ ਚੁੱਕਾ ਹੈ, ਪਰ ਅਜੇ ਵੀ ਕਿਤੇ ਨਾ ਕਿਤੇ ਸਾਡੇ ਸਿੱਖਾਂ ਦੀ ਨਕਲਕੁਸ਼ੀ ਹੋ ਰਹੀ ਆ। ਕਿਉਂ ਹੋ ਰਹੀ ਹੈ? ਕਿਉਂਕਿ ਸਾਡੇ ਜਿਹੜੀ ਸਿੱਖ ਕੌਮ ਦੇ ਨੁਮਾਇੰਦੇ ਨੇ, ਸਾਡੇ ਸਿੱਖ ਕੌਮ ਦੇ ਸਰਮੋਜ ਜਥੇਬੰਦੀਆਂ ਨੇ, ਉਹ ਕਿਤੇ ਨਾ ਕਿਤੇ ਉਹਨਾਂ ਵੱਲੋਂ ਢਿੱਲ ਕੀਤੀ ਜਾ ਰਹੀ ਹੈ। ਕਿਉਂਕਿ ਅਗਰ ਇੱਕਜੁੱਟ ਤੇ ਹੋ ਜਾਣ, ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਅਸੀਂ ਇਹ ਸਿੱਖ ਕੌਮ ਨੂੰ ਹੱਲਾ ਮਾਰੀਏ ਤਾਂ ਸ਼ਾਇਦ ਸਾਡੀ ਸਿੱਖ ਕੌਮ ਦੇ ਵਿੱਚ ਇੱਕ ਨਵੀਂ ਨੁਹਾਰ ਆ ਸਕਦੀ ਹੈ ਅਤੇ ਸਾਡੇ ਆਪਣੇ ਸਾਨੂੰ ਰਾਈਟਸ ਮਿਲ ਸਕਦੇ ਨੇ। ਅਗਰ ਸਾਡੇ ਵਿਚਾਰ ਤੁਹਾਨੂੰ ਅੱਛੇ ਲੱਗੇ ਹੋਣ ਤਾਂ ਸਾਡੇ ਕਮੈਂਟ ਬਾਕਸ ਦੇ ਵਿੱਚ ਆਪਣਾ ਵਿਚਾਰ ਪੇਸ਼ ਕਰ ਸਕਦੇ ਹੋ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬਰ ਜ਼ਰੂਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।